लीग नून के एक कारकुन हमारे साथ हैं जो इस वक्त स्टेज पे मौजूद हैं और यहाँ पर मियां नवाज शरीफ की आमद के सिलसिले में तैयारियां करवा रहे हैं। आइए इनसे बात करते हैं। सामने वालेकुम सलाम। क्या नाम है आप? हाजी जीर आलम चट्ठा जी। भाई साहब, क्या समझते हैं कि मियां साहब के आने के बाद मुल्की हालात क्या होंगे और ये जो शदीद किस्म की महंगाई की लहर है और ये सब, इसके बारे में आप क्या कहते हैं? देखो जी, ਉਹਦੀ ਵਜ੍ਹਾ ਹੈਗੀ ਹੈ ਕਿ ਇਹ ਜੋ ਕੁਝ ਹੁਣ ਹੋ ਰਿਹਾ ਨਾ, ਜਿਹੜਾ ਜੋ ਤੁਸੀਂ ਦੇਖਦੇ ਪਏ ਹੋ, ਇਹ ਮੀਆਂ ਸਾਹਿਬ ਨੇ ਪਾਕਿਸਤਾਨ ਦੀ ਆਵਾਮ ਦੇ ਨਾਲ ਇੱਕ ਵਾਅਦਾ ਕੀਤਾ ਹੈ ਕਿ ਅਗਰ ਮੈਂ ਪਾਕਿਸਤਾਨ ਦਾ ਵਜ਼ੀਰ ਆਜ਼ਮ ਮੁੰਤਖਬ ਮੈਨੂੰ ਕਰੋਗੇ, ਮੈਂ 2017 ਨਾਲ ਪਾਕਿਸਤਾਨ ਦਿਖਾਵਾਂਗਾ। ਲੋਕਾਂ ਨੇ ਉਹ ਇੱਕ ਉਮੀਦ ਦੀ ਕਿਰਨ ਲੈ ਕੇ ਤੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਦੁਬਾਰਾ ਫਿਰ ਸਾਥ ਦੇਣ ਦਾ ਵਾਅਦਾ ਕਰ ਦਿੱਤਾ ਅੱਲਾ ਦੀ ਮਿਹਰਬਾਨੀ ਦੇ ਨਾਲ। ਔਰ ਮੈਨੂੰ ਅੱਲਾ ਦੇ ਘਰ ਦੀ ਉਮੀਦ ਹੈ ਕਿ ਵਾਕਈ ਇਹ ਗੱਲ ਸੱਚੀ ਹੋਏਗੀ ਕਿ ਮੀਆਂ ਨਵਾਜ਼ ਸ਼ਰੀਫ ਆ ਜਾਏਗਾ ਜਦੋਂ ਸਾਡੇ ਪਾਕਿਸਤਾਨ ਦੇ ਹਾਲਾਤ ਬਦਲ ਜਾਣਗੇ। ਇਹ ਉਹ ਪੋਜੀਸ਼ਨ ਜਾ ਰਹੀ ਹੈ ਕਿ ਸਾਡੇ ਘਰ 2 ਵਕਤ ਦੀ ਰੋਟੀ ਨਹੀਂ ਹੈਗੀ, ਸਾਡੇ ਨਿੱਕੇ ਨਿੱਕੇ ਬੱਚੇ ਨੇ, ਅਸੀਂ ਦੁੱਧ ਦੀ ਬਜਾਏ ਉਹਨਾਂ ਨੂੰ ਪਾਣੀ ਪਿਆ ਰਹੇ ਹਾਂ, ਸਾਨੂੰ ਕੋਈ ਪੁੱਛਣ ਕਿਸੇ ਨਾਲ ਨਹੀਂ। ਸਾਡਾ ਪਾਕਿਸਤਾਨ ਐਸੇ ਲਵਾਰਸ ਹੈ। ਅੱਲਾ ਤੋਂ ਬਾਅਦ ਅਗਰ ਵੇਖੀਏ ਨਾ, ਸਾਡਾ ਮੁਲਕ ਅੱਲਾ ਦੀ ਰਾਹ ਚਲਾਉਂਦੀ ਪਈ ਹੈ। ਅੱਲਾ ਤੇ ਅੱਲਾ ਦਾ ਨਬੀ ਸਾਡੀ ਇਸ ਪਾਕਿਸਤਾਨ ਨੂੰ ਚਲਾ ਰਿਹਾ, ਕਿਸੇ ਬੰਦੇ ਦੇ ਵਾਸ ਦਾ ਕੰਮ ਨਹੀਂ ਹੈਗਾ। ਅੱਲਾ ਤਾਲਾ ਨੇ ਬੰਦੇ ਪੈਦਾ ਕੀਤੇ ਹੋਏ ਨੇ, ਅੱਲਾ ਦੀ ਮਿਹਰਬਾਨੀ ਨਾਲ। ਉਹਦਾ ਨਾਮ ਹੈ ਮੀਆਂ ਮੁਹੰਮਦ ਨਵਾਜ਼ ਸ਼ਰੀਫ, ਜਿੰਨੇ ਪਰਸੋਂ ਆਣਾ ਐਸੇ ਜਗ੍ਹਾ ਦੇ ਉੱਤੇ ਆਣਾ ਜਿਹਦੇ ਦੇ ਉੱਤੇ ਅਸੀਂ ਤੁਸੀਂ ਇਸ ਵੇਲੇ ਮੌਜੂਦ ਹਾਂ। ਔਰ ਅੱਲਾ ਦੀ ਰਹਿਮਤ ਕਿੰਨੀ ਆਵਾਮ ਦੀ ਤੁਸੀਂ ਤਵੱਕੋ ਕਰ ਰਹੇ ਹੋ ਕਿ ਐਸੇ ਗਰਾਊਂਡ 'ਚ, ਇਸ ਜਲਸਾਗਾਹ 'ਚ ਬੜੇ ਬੜੇ ਤਾਰੀਖੀ ਜਲਸੇ ਹੋਏ ਨੇ, ਕਿੰਨੀ ਆਵਾਮ ਹੋਏਗੀ? ਮੈਂ ਕਹਿੰਦਾ ਭੁੱਲ ਜਾਓਗੇ ਤੁਸੀਂ। ਅੰਦਾਜ਼ਨ ਕੋਈ ਲੱਖ, 2 ਲੱਖ, 5 ਲੱਖ? ਗੱਲਾਂ ਨਹੀਂ ਕਰਨੀਆਂ ਤੇ ਪੈਰ ਰੱਖਣ ਨੂੰ, ਜੇ ਮਾਂ ਪੁੱਤਰ ਨਹੀਂ ਸੰਭਾਲੇਗੀ। ਪੂਰਾ ਪਾਕਿਸਤਾਨ ਆ ਰਿਹਾ, ਪੂਰਾ ਪਾਕਿਸਤਾਨ ਮੀਆਂ ਨਵਾਜ਼ ਸ਼ਰੀਫ ਤੋਂ ਜਿਹੜਾ ਬੇਤਾਬ ਹੋਇਆ ਹੈ। ਅਸੀਂ ਮੀਆਂ ਨਵਾਜ਼ ਸ਼ਰੀਫ ਦੀ ਜਿਹੜੇ ਸ਼ਕਲ ਦੇਖਣੇ ਚਾਹੁੰਦੇ ਸਨ, ਉਹਨਾਂ ਸਾਰੀ ਪਾਕਿਸਤਾਨ ਨੇ ਆਣਾ ਅੱਲਾ ਦੀ ਰਹਿਮਤ ਦੇ ਨਾਲ। ਕਿ ਉਹਨੇ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਹਲੇ ਤੇ ਲਾਈਟਾਂ ਲੱਗ ਰਹੀਆਂ ਨੇ, ਇਸ ਤੋਂ ਬਾਅਦ ਮੇਜ਼, ਗੋਲ ਮੇਜ਼ ਔਰ ਕੁਰਸੀਆਂ ਵੀ ਲੱਗਣਗੀਆਂ ਜਾਂ ਖੜੇ ਆਵਾਮ ਹੋਣਗੇ ਜਿਨ੍ਹਾਂ ਦਾ ਰਸ਼ ਹੋਏਗਾ? ਇੱਥੇ ਸਿਰਫ ਦੇਖੋ, ਆਵਾਮ ਨੇ ਖੜਿਆਂ ਵੀ ਹੋਣਾ, ਇੱਥੇ ਲੱਗਣੀਆਂ ਕੁਰਸੀਆਂ ਜਿੰਨੀ ਵੱਧ ਤੋਂ ਵੱਧ ਕੁਰਸੀ ਲੱਗ ਸਕੇਗੀ ਉਹ ਅੱਲਾ ਦੀ ਮਿਹਰਬਾਨੀ ਨਾਲ। ਅਸੀਂ ਪਿਛਲੇ ਮਰੀਮ ਨਵਾਜ਼ ਸਾਹਿਬਾ ਵਾਲੇ ਜਲਸੇ 'ਚ ਦੇਖਿਆ ਹੈ ਕਿ ਗੋਲ ਟੇਬਲ ਨੇ ਤੇ ਉਹ 8-8 ਕੁਰਸੀਆਂ ਨੇ, ਉਹਦੀ ਨਿਸਬਤ ਖੜੇ ਹੋਣ ਵਾਲੇ ਅਫਰਾਦ ਦੀ ਤਾਦਾਦ ਜ਼ਿਆਦਾ ਹੁੰਦੀ ਹੈ। ਤੁਸੀਂ ਪੋਜੀਸ਼ਨ ਹੋਰ ਸੀ, ਉਹ ਮਰੀਮ ਦਾ ਜਲਸਾ ਸੀ, ਇਹ ਨਵਾਜ਼ ਸ਼ਰੀਫ ਦਾ ਜਲਸਾ ਹੈ। ਮਰੀਮ ਹੀ ਤੇ ਨਵਾਜ਼ ਸ਼ਰੀਫ ਤੁਸੀਂ ਫਰਕ ਨਹੀਂ ਸਮਝਦੇ? ਉਹ ਜਲਸਾ ਕੋ ਆ ਰਿਹਾ, ਕੋ ਜਾ ਰਿਹਾ, ਉਹਦਾ ਨਾਂ ਹੈ ਸੀ। ਇਹ ਅੱਲਾ ਦੀ ਮਿਹਰਬਾਨੀ ਨਾਲ ਲੋਕਾਂ ਨੇ ਅੱਜ ਤੋਂ ਆਉਣਾ ਸ਼ੁਰੂ ਹੋ ਜਾਣਾ। ਇਸ ਪੰਡਾਲ ਦੇ ਵਿੱਚ ਤੁਹਾਨੂੰ ਰਾਤ ਨੂੰ ਪਤਾ ਲੱਗ ਜਾਏਗਾ, ਜਿਸ ਪਾਸੇ ਧਿਆਨ ਮਾਰੋਗੇ ਤੁਹਾਨੂੰ ਹਰ ਪਾਸੇ ਬੰਦਾ ਹੀ ਨਜ਼ਰ ਆਏਗਾ, ਬੰਦੇ ਹੀ ਬੰਦੇ ਨਜ਼ਰ ਆਉਣਗੇ। ਤੇ ਕੀ ਪੈਗਾਮ ਦਿੰਦੇ ਹੋ ਕੌਮ ਨੂੰ ਕਿ ਜਲਸੇ ਵਾਸਤੇ ਕੀ ਤਿਆਰੀਆਂ ਕਰਨ? ਮੈਂ ਪਾਕਿਸਤਾਨ ਦੀ ਆਵਾਮ ਨੂੰ, ਪਾਕਿਸਤਾਨ ਕੇ ਗਜੂਰ ਮੁਸਲਮਾਨਾਂ ਨੂੰ ਮੈਂ ਉਹਨਾਂ ਅੱਗੇ ਅਪੀਲ ਕਰਾਂਗਾ, ਉਹਨਾਂ ਦੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਤੁਹਾਨੂੰ ਖੁਦਾ ਦਾ ਵਾਸਤਾ ਹੋਵੇ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੂੰ ਇੱਕ ਵਾਰੀ ਤੁਹਾਨੂੰ ਚਾਂਸ ਦੇਣਾ ਪਏਗਾ। ਇਸ ਲਈ ਮੀਆਂ ਨਵਾਜ਼ ਸ਼ਰੀਫ ਆਏਗਾ ਔਰ ਪਾਕਿਸਤਾਨ ਬਚਾਏਗਾ। ਸਾਡੇ ਮੁਲਕ ਦੇ ਹਾਲਾਤ ਅੱਲਾ ਦੇ ਹੁਕਮ ਦੇ ਨਾਲ ਠੀਕ ਹੋ ਜਾਣਗੇ ਔਰ ਕਾਫੀ ਬਿਹਤਰ ਹੋ ਜਾਣਗੇ। ਤੁਸੀਂ ਦੇਖ ਲਓ ਡਾਲਰ ਕਿੱਥੇ ਆ ਗਿਆ, ਹਾਲੇ ਮੀਆਂ ਨਵਾਜ਼ ਸ਼ਰੀਫ ਆਇਆ ਨਹੀਂ, ਉਹਦੇ ਖੌਫ ਦੇ ਨਾਲ ਡਾਲਰ ਕਿੱਥੋਂ ਕਿੱਥੇ ਆ ਗਿਆ, ਸੋਨਾ ਕਿੱਥੇ ਆ ਗਿਆ, ਪੈਟਰੋਲ ਕਿੱਥੇ ਆ ਗਿਆ, ਡੀਜ਼ਲ ਕਿੱਥੇ ਆ ਗਿਆ। ਰਹੀ ਗੱਲ ਮਹਿੰਗਾਈ ਦੀ, ਖਾਣ ਪੀਣ ਦੀ, ਇਹ ਇੱਕ ਬੜਾ ਵੱਡਾ ਮਾਫੀਆ ਹੈਗਾ, ਬੜਾ ਵੱਡਾ ਮਾਫੀਆ ਜਿਹੜਾ ਚੀਜ਼ ਨੂੰ ਸਸਤੀ ਨਹੀਂ ਕਰਦਾ। ਔਰ ਮੈਂ ਇਹ ਗੁਜ਼ਾਰਿਸ਼ ਕਰਾਂਗਾ ਨਵਾਜ਼ ਸ਼ਰੀਫ ਅੱਗੇ, ਅੱਲਾਹ ਤਾਲਾ ਉਹਨੂੰ ਬਰਸੇ ਇਕਤਦਾਰ ਲਿਆਵੇ ਹੈਸਰੀਅਤ ਦੇ ਨਾਲ। ਇਹ ਜਿਹੜਾ ਵੱਡਾ ਵੱਡਾ ਮਾਫੀਆ ਹੈਗਾ, ਇਹਨਾਂ ਨੂੰ ਇੱਕ ਵਾਰੀ ਸਿੱਧਿਆਂ ਕਰ ਦੇਵੇ, ਹਰ ਬੰਦਾ ਸੁੱਖ ਦੀ ਰੋਟੀ ਖਾਏਗਾ ਅੱਲਾ ਦੀ ਮਿਹਰਬਾਨੀ ਨਾਲ।